2 ਮਹੀਨੇ ਦੀ ਸਰਕਾਰ ਉਸ ਦੀ ਤੁਸੀਂ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਬਿੱਲੀ ਥੈਲੇ ਚੋਂ ਬਾਹਰ ਆ ਗਈ। ਉਹਨਾਂ ਨੇ ਆਪਣੇ ਹੀ ਮੰਤਰੀ ਡਾਕਟਰ ਵਿਜੇ ਸਿੰਗਲਾ ਹੈਲਥ ਮਿਨਿਸਟਰ ਸੀਗੇ, ਉਹਨਾਂ ਨੇ ਕਿਹਾ ਕਿ ਇਹਨਾਂ ਨੇ ਭ੍ਰਸ਼ਟਾਚਾਰ ਕੀਤਾ, ਸੋ ਜ਼ੀਰੋ ਟੋਲਰੈਂਸ ਹੈ, ਤਾਂ ਉਹਨਾਂ ਨੇ ਡਿਸਮਿਸ ਕਰ ਦਿੱਤਾ। ਜਿਸ ਭਰੋਸੇ ਨਾਲ ਲੋਕਾਂ ਨੇ ਵੋਟਾਂ ਪਾਈਆਂ, ਅੱਜ ਉਹ ਭਰੋਸਾ ਟੁੱਟ ਗਿਆ ਹੈ ਔਰ ਅੱਜ ਲੋਕ ਪਛਤਾ ਵੀ ਰਹੇ ਹਨ। ਕੋਈ ਐਸਾ ਕੰਮ 2 ਮਹੀਨੇ 'ਚ ਕੋਈ ਤਾਂ ਐਸਾ ਕੰਮ ਹੋਊਗਾ ਜਿਹੜਾ ਕਿ ਤੁਸੀਂ ਐਪਰੀਸ਼ੀਏਟ ਕਰੋ ਕਿ ਹਾਂ ਇਹ ਠੀਕ ਹੈ ਸਰਕਾਰ ਕੋਈ ਲੱਗਦਾ ਨਹੀਂ ਹੈ ਕਿ ਵੀ ਕੋਈ ਐਪਰੀਸ਼ੀਏਟ ਕਰਨ ਵਾਲੀ ਗੱਲ ਹੋਵੇ। ਪਰ ਸਰ ਫਿਰ ਲੋਕਾਂ ਕੋਲ ਆਪਸ਼ਨ ਕੀ ਹੈ? ਲੋਕੀ ਇਹੀ ਤਾਂ ਬਦਲਾਵ ਦੀ ਗੱਲ ਕਰਦੇ ਸੀ। ਜਿਹੜੇ 5 ਸਾਲ ਹੈ ਨਾ, ਜੇ ਕੱਟ ਗਈ ਸਰਕਾਰ ਤੇ 25 ਸਾਲ ਵਰਗੇ ਲੱਗਣੇ ਆ ਜੋ ਹਾਲਾਤ ਬਣਦੇ ਪਏ ਹੈ। ਬੀਜੇਪੀ ਆਪਸ਼ਨ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ? ਬਿਲਕੁਲ ਹੋ ਸਕਦੀ ਹੈ, ਬਿਲਕੁਲ ਹੋ ਸਕਦੀ। 5 ਸੀਟਾਂ ਵੀ ਨਹੀਂ ਆ ਪਾਈਆਂ, 5 ਸੀਟਾਂ ਵੀ ਆਈਆਂ। ਦੇਖੋ 22 ਦਾ ਇਲੈਕਸ਼ਨ ਜਿਹੜਾ ਸੀਗਾ ਨਾ, ਇਹਦੇ 'ਚ ਅਸੀਂ ਕਹੀਏ ਕਿ ਵੀ ਇਹ ਇੱਕ ਆਪਣੇ ਤਰ੍ਹਾਂ ਦਾ ਇੱਕ ਅਲੱਗ ਇਲੈਕਸ਼ਨ ਸੀਗਾ। ਇਸ ਵਾਰ ਹਾਰ ਦਾ ਕੀ ਕਾਰਨ ਦੇਖਦੇ ਹੋ? ਅਗਰ ਆਪਾਂ ਸਿੰਗਲ ਲਾਈਨ 'ਚ ਦੱਸਣਾ ਹੋਵੇ ਭਾਰਤੀ ਜਨਤਾ ਪਾਰਟੀ ਦੀ ਹਾਰ ਦਾ ਕੀ ਕਾਰਨ? ਮੈਂ ਕਹਾਂ ਕਿ ਵੀ ਇਹ ਭਾਰਤੀ ਜਨਤਾ ਪਾਰਟੀ ਦੀ ਹਾਰ ਨਹੀਂ ਹੈ, ਇਹ ਹੈਗਾ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ, ਦੈਟ ਹੈਜ਼ ਬੀਨ ਰਿਜੈਕਟ। ਬੜੀ ਲੋਕਾਂ ਦੇ ਮਨ 'ਚ ਗੁੱਸਾ ਸੀ ਜੋ ਕਿ ਨਿਕਲ ਗਿਆ। ਹਾਂ, ਉਹ ਨਿਕਲ ਗਿਆ। ਅੱਜ ਲੋਕ ਪਛਤਾ ਵੀ ਰਹੇ ਆ। ਬੀਜੇਪੀ ਮਜ਼ਬੂਤ ਹੋਈ ਸੁਨੀਲ ਜਾਖੜ ਦੇ ਆਉਣ ਨਾਲ? ਹਾਂ ਜ਼ਰੂਰ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ, ਉਹਨਾਂ ਦਾ ਜਿਹੜਾ ਹੈਗਾ ਕਿ ਵੀ ਲੋਕਾਂ ਦੇ ਵਿੱਚ ਛਾਪ ਹੈਗੀ, ਉਹਦਾ ਭਾਰਤੀ ਜਨਤਾ ਪਾਰਟੀ ਨੂੰ ਜ਼ਰੂਰ ਲਾਭ ਮਿਲੇ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੋ ਬੀਜੇਪੀ ਦੇ ਵਰਕਰ ਨੇ ਆਲਰੇਡੀ ਕਈ ਸਾਲਾਂ ਤੋਂ ਜੁੜੇ ਹੋਏ ਨੇ, ਉਹ ਨਾਰਾਜ਼ ਹੋਣਗੇ ਕਿ ਹੁਣ ਸਮਾਂ ਸਾਡਾ ਸੀ, ਅਸੀਂ ਮਿਹਨਤ ਕੀਤੀ ਹੈ, ਬੀਜੇਪੀ ਰਾਈਜ਼ ਕਰਦੀ ਹੈ, ਅਸੀਂ ਵੀ ਰਾਈਜ਼ ਕਰਨਾ ਸੀ, ਇਲੈਕਸ਼ਨ ਹੋਣਗੇ ਅਸੀਂ ਇਲੈਕਸ਼ਨ ਲੜਨਾ ਸੀ, ਤੇ ਇੱਕ ਬਾਹਰੋਂ ਵਿਅਕਤੀ ਆ ਕੇ ਹੁਣ ਇਲੈਕਸ਼ਨ ਲੜ ਸਕਦਾ? ਅਸੀਂ ਟ੍ਰੈਡੀਸ਼ਨਲੀ 23 ਸੀਟਾਂ ਤੇ ਲੜਦੇ ਰਹੇ ਇਲੈਕਸ਼ਨ। ਸੋ ਜਿਹੜੀ ਬਾਕੀ ਸਪੇਸ ਹੈ ਜਿੱਥੇ ਅਸੀਂ ਲੜਦੇ ਹੀ ਨਹੀਂ ਸੀਗੇ, ਉਹ ਸਪੇਸ ਜਿਹੜੀ ਹੈ, ਅਸੀਂ ਜਿਹੜੇ ਲੋਕ ਪਾਰਟੀ 'ਚ ਸ਼ਾਮਿਲ ਹੋਏ ਆ ਜਾਂ ਹੋ ਰਹੇ ਆ, ਉਹਨਾਂ ਲਈ ਉਹ ਅਸੀਂ ਉਹਨਾਂ ਨੂੰ ਅਕਮੋਡੇਟ ਕਰ ਸਕਦੇ ਹਾਂ। ਸੁਨੀਲ ਜਾਖੜ ਤੋਂ ਬਾਅਦ ਹੋਰ ਕੋਈ ਲੀਡਰ ਹੋਣ ਹੋਰਨਾਂ ਪਾਰਟੀਆਂ ਦੇ, ਜਾਂ ਆਪਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਤੋਂ ਜਾਂ ਫਿਰ ਕਾਂਗਰਸ ਪਾਰਟੀ ਤੋਂ, ਉਹ ਵੀ ਬੀਜੇਪੀ 'ਚ ਆ ਸਕਦੇ ਆ? ਅਕਾਲੀ ਦਲ ਬਿਲਕੁਲ ਆ ਸਕਦੇ ਆ, ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ। ਹਾਂ, ਚੱਲਦਾ ਪਿਆ। ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਮੀਡੀਆ ਦੁਆਰਾ ਨਹੀਂ ਕਹੀਆਂ ਜਾਂਦੀਆਂ, ਸੋ ਇੰਨਾ ਜ਼ਰੂਰ ਹੈਗਾ ਕਿ ਵੀ ਉਹਨਾਂ ਦੀ ਪੋਸੀਬਿਲਿਟੀ ਹੈ। ਚਾਚਾ ਜੀ ਦੇ ਨਾਲ ਭਤੀਜਾ ਵੀ ਆ ਸਕਦਾ ਹੈ, ਉਹਨਾਂ ਜੋ ਭਤੀਜੇ ਦੇਖੋ ਕੌਣ ਆਉਂਦਾ। ਇਹ ਵੀ ਮੈਂ ਪੁੱਛਣਾ ਚਾਹੂੰਗਾ, ਜਥੇਦਾਰ ਸਾਹਿਬ ਨੇ ਬਿਆਨ ਦਿੱਤਾ, ਉਹਨਾਂ ਦਾ ਕਹਿਣਾ ਸੀ ਕਿ ਸਿੱਖਾਂ ਨੂੰ ਮਾਡਰਨ ਹਥਿਆਰ ਰੱਖਣੇ ਚਾਹੀਦੇ, ਹਰ ਸਿੱਖ ਨੂੰ ਰੱਖਣੇ ਚਾਹੀਦੇ। ਇਹਦੇ ਬਾਰੇ ਤੁਸੀਂ ਕੀ ਦੇਖਦੇ ਹੋ? ਹਥਿਆਰਾਂ ਦੀ ਜ਼ਰੂਰ ਹੈ? ਮੈਂ ਕਹਾਂਗਾ ਸਿੱਖਾਂ ਨੂੰ ਤੁਸੀਂ ਪੰਜਾਬੀਆਂ ਨੂੰ ਕਹਿੰਦੇ ਤਾਂ ਬਿਹਤਰ ਹੁੰਦਾ ਜੀ। ਠੀਕ ਹੈ ਨਾ ਜੀ। 24 ਦੀਆਂ ਤਿਆਰੀਆਂ ਕਰ ਰਹੇ ਹੋ? ਬਿਲਕੁਲ ਤਿਆਰੀਆਂ। 2 ਸਾਲ ਦੇ ਵਿੱਚ ਨਵਾਂ ਪ੍ਰਧਾਨ ਮੰਤਰੀ ਚੁਣਿਆ ਜਾਣਾ। ਹਾਂਜੀ, ਬਿਲਕੁਲ ਬਿਲਕੁਲ। ਰਿਪੀਟ ਕਰ ਸਕਦੇ ਹੋ ਮੋਦੀ ਸਾਹਿਬ? 100% ਕਰਨਗੇ, 100% ਕਰਨਗੇ। ਔਰ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਆਮ ਆਦਮੀ ਪਾਰਟੀ ਦੇ, ਅਸੀਂ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਸੀਟਾਂ ਸਾਰੀਆਂ ਜਿੱਤਾਂਗੇ ਅਸੀਂ, 13 ਦੀਆਂ 13। ਨਮਸਕਾਰ, ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਜਤਿਨ ਕੁਮਾਰ ਸ਼ਰਮਾ। ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ ਹਲੇ 2 ਮਹੀਨੇ ਹੋਏ ਨੇ, ਤੇ ਇਹਨਾਂ 2 ਮਹੀਨਿਆਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਸਿਆਸੀ ਉਥਲ-ਪੁਥਲ ਹੋਣੀ ਸ਼ੁਰੂ ਹੋ ਗਈ ਹੈ। ਜੋ ਸੱਤਾਧਾਰੀ ਪਾਰਟੀ ਹੈ ਉਹਨਾਂ ਦੇ ਉੱਤੇ ਹੀ ਕਈਆਂ ਦੇ ਉੱਤੇ ਗੰਭੀਰ ਆਰੋਪ ਲੱਗ ਰਹੇ ਨੇ, ਤੇ ਹੋਰ ਜਿਹੜੀਆਂ ਕੁਝ ਪਾਰਟੀਆਂ ਨੇ ਉਹਨਾਂ ਦੇ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਹੋਰਨਾਂ ਪਾਰਟੀਆਂ 'ਚ ਸ਼ਾਮਿਲ ਹੋ ਰਹੇ ਨੇ। ਇਹਨਾਂ तमाम ਸਵਾਲਾਂ ਦੇ ਜਵਾਬ ਅਸੀਂ ਲਵਾਂਗੇ। ਖਾਸ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਆਏ ਨੇ, ਸੀਨੀਅਰ ਬੀਜੇਪੀ ਲੀਡਰ ਮਨੋਰੰਜਨ ਕਾਲੀਆ ਜੀ। ਸਰ, ਸਵਾਗਤ ਹੈ ਤੁਹਾਡਾ। 2 ਮਹੀਨੇ ਦੀ ਸਰਕਾਰ, ਉਸ ਦੀ ਤੁਸੀਂ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਰਿਜੈਕਟ ਕਰਕੇ ਬਣਾਈ, ਔਰ ਬਹੁਤ ਆਸ ਔਰ ਉਮੀਦ ਦੇ ਨਾਲ ਕਿ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਉਹ ਪੂਰੇ ਹੋਣਗੇ। ਕਿਹਾ ਕਿ ਨਹੀਂ, ਹਰ ਇੱਕ ਘਰ ਨੂੰ 300 ਯੂਨਿਟ ਫ੍ਰੀ ਬਿਜਲੀ ਜਿਹੜੀ ਅਸੀਂ ਦੇਵਾਂਗੇ, ਮਿਨੀਮਮ ਜਿਹੜੀ ਹੈਗੀ ਹੈ। ਲੇਕਿਨ ਉਸ ਤੋਂ ਇਹ ਆਪਣੇ ਹੀ ਵਾਅਦੇ ਤੋਂ ਮੁਨਕਰ ਹੋ ਗਏ ਹੈ। ਔਰ ਜਿੱਥੇ ਤੱਕ 1000 ਰੁਪਏ ਦੀ ਗੱਲ ਹੈ, ਉਹ ਹਾਲੇ ਤੱਕ ਉਹਦਾ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ। ਫਿਰ ਤੁਸੀਂ ਦੇਖੋ ਕਿ ਵੀ ਕਿਹਾ ਕਿ ਨੌਕਰੀਆਂ ਦੇਵਾਂਗੇ, ਘੋਸ਼ਣਾ ਕੀਤੀ ਸਰਕਾਰ ਨੇ 25,000 ਨੌਕਰੀਆਂ ਦੇਵਾਂਗੇ। ਫਿਰ ਉਸ ਤੋਂ ਬਾਅਦ ਉਹ ਟਾਲ ਦਿੱਤਾ ਕਿ ਅਗਲੇ ਸਾਲ ਦੇਵਾਂਗੇ। ਤੋ ਇਹ ਗੱਲ ਲੱਗਦੀ ਹੈ ਕਿ ਵੀ ਇਹ ਕੰਮ ਪਹਿਲਾਂ ਡਿਸੀਜਨ ਲੈ ਲੈਂਦੇ ਆ, ਅਨਾਉਂਸ ਕਰ ਦਿੰਦੇ ਆ, ਫਿਰ ਸੋਚਦੇ ਆ ਕਿ ਯਾਰ ਤਾਂ ਪੈਸੇ ਹੀ ਹੈ ਨਹੀਂ ਸਾਡੇ ਕੋਲ, ਫਿਰ ਉਹਨੂੰ ਪੋਸਟਪੋਨ ਕਰਦੇ ਆ। ਕੋਈ ਐਸਾ ਕੰਮ 2 ਮਹੀਨੇ 'ਚ ਕੋਈ ਤਾਂ ਐਸਾ ਕੰਮ ਹੋਊਗਾ ਜਿਹੜਾ ਕਿ ਤੁਸੀਂ ਐਪਰੀਸ਼ੀਏਟ ਕਰੋ ਕਿ ਹਾਂ ਇਹ ਠੀਕ ਹੈ ਸਰਕਾਰ ਦਾ? ਕੋਈ ਲੱਗਦਾ ਨਹੀਂ ਹੈ ਕਿ ਵੀ ਕੋਈ ਐਪਰੀਸ਼ੀਏਟ ਕਰਨ ਵਾਲੀ ਗੱਲ ਹੋਵੇ। ਬਿੱਲੀ ਥੈਲੇ ਚੋਂ ਬਾਹਰ ਆ ਗਈ। ਉਹਨਾਂ ਨੇ ਆਪਣੇ ਹੀ ਮੰਤਰੀ ਡਾਕਟਰ ਵਿਜੇ ਸਿੰਗਲਾ ਹੈਲਥ ਮਿਨਿਸਟਰ ਸੀਗੇ, ਉਹਨਾਂ ਨੇ ਕਿਹਾ ਕਿ ਇਹਨਾਂ ਨੇ ਭ੍ਰਸ਼ਟਾਚਾਰ ਕੀਤਾ, ਸੋ ਜ਼ੀਰੋ ਟੋਲਰੈਂਸ ਹੈ,
ਤਾਂ ਉਹਨਾਂ ਨੇ ਡਿਸਮਿਸ ਕਰਤਾ। ਇਹਦਾ ਮਤਲਬ ਇਹ ਹੈ ਜਿਹੜੀ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ, ਪਹਿਲਾਂ ਘੋਸ਼ਣਾ ਕੀਤੀ ਕਿ ਵੀ ਜਾ ਕੇ ਗੁਜਰਾਤ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਵਿੱਚ ਕਿ ਲਓ ਜੀ ਪੰਜਾਬ ਜਿਹੜਾ ਹੈਗਾ ਕਰਪਸ਼ਨ ਫ੍ਰੀ ਹੋ ਗਿਆ, ਇਹਦਾ ਮਤਲਬ ਇਹ ਹੈ ਜਾਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਠੀਕ ਹੈ ਅਨਾਉਂਸ ਕੀਤਾ ਜਾਂ ਝੂਠ ਬੋਲਿਆ। ਉਸ ਤਰ੍ਹਾਂ ਮੈਂ ਸਵਾਗਤ ਕਰਦਾ ਕਿ ਵੀ ਇਹਨਾਂ ਨੇ ਆਪਣੇ ਹੀ ਮੰਤਰੀ ਨੂੰ ਜਿਹੜਾ ਬਰਖਾਸਤ ਕੀਤਾ, ਲੇਕਿਨ ਉਹਦੇ ਵਿੱਚ ਵੀ ਕਈ ਪ੍ਰਸ਼ਨ ਚਿੰਨ੍ਹ ਖੜੇ ਹੋਏ ਆ। ਹੁਣ ਤੁਸੀਂ ਦੇਖੋ ਕਿ ਵੀ ਜਿਹੜੀ ਸਾਰਾ ਵਕੂਆ ਹੈ ਉਹ ਚੰਡੀਗੜ੍ਹ ਦਾ, ਪੰਜਾਬ ਭਵਨ ਦਾ, ਸੈਕਟਰੀਏਟ ਦਾ, ਠੀਕ ਹੈ। ਔਰ FIR ਰਜਿਸਟਰ ਹੋਣੀ ਚਾਹੀਦੀ ਸੀਗੀ ਚੰਡੀਗੜ੍ਹ ਦੇ ਵਿੱਚ, ਉਹ ਯੂਨੀਅਨ ਟੈਰੀਟਰੀ ਹੈ, ਠੀਕ ਹੈ। ਜੇ ਇਮਾਨਦਾਰ ਹੁੰਦੇ ਤੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਵੀ ਇਹ ਸਾਰਾ ਮਾਮਲੇ ਨੂੰ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰਦੇ। FIR ਰਜਿਸਟਰ ਹੋਈ ਹੈ ਮੋਹਾਲੀ ਦੇ ਵਿੱਚ, ਮੋਹਾਲੀ ਫੇਸ 8 ਕੱਲ ਲੈ ਕੇ ਵੀ ਗਏ। ਹਾਂ, ਫਿਰ ਇਹ ਹੈ ਤੁਸੀਂ ਦੇਖੋ ਕਿ ਜਿਹੜੀ ਰਿਕਾਰਡਿੰਗ ਦੀ ਗੱਲ ਕਰਦੇ ਕਨਵਰਸੇਸ਼ਨ ਦੀ, ਠੀਕ ਹੈ, ਉਹਦੇ ਵਿੱਚ ਜਿਹੜਾ ਹੈਗਾ ਕਿ ਵੀ ਉਹ FIR ਦੇ ਵਿੱਚ ਉਹਦਾ ਜ਼ਿਕਰ ਹੀ ਹੈ ਨਹੀਂ। ਹੁਣ ਇਸ ਤੋਂ ਪਹਿਲਾਂ ਜਿਹੜੇ ਵਿਧਾਇਕਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗੇ, ਡਾਕਟਰ ਬਲਬੀਰ ਸਿੰਘ ਹੋਣੀ 3 ਸਾਲ ਦੀ ਰਿਗੋਰਸ ਇੰਪ੍ਰਿਜ਼ਨਮੈਂਟ ਹੋਈ ਹੈ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਨਹੀਂ ਕੀਤੀ, ਕੋਈ ਬਿਆਨ ਨਹੀਂ ਆਇਆ। ਫਿਰ ਤੁਸੀਂ ਇਹ ਦੇਖੋ ਕਿ ਵੀ ਜਸਵੰਤ ਸਿੰਘ ਗੱਜਨ ਮਾਜਰਾ ਜਿਹੜੇ ਹੈ ਉਹਨਾਂ ਤੇ 40 ਕਰੋੜ ਦਾ CBI ਨੇ ਕਿ ਵੀ ਫਰਾਡ ਦਾ ਜਿਹੜਾ ਹੈਗਾ ਬੈਂਕ ਫਰਾਡ ਦਾ ਕੇਸ ਰਜਿਸਟਰ ਕੀਤਾ, ਕਿਆ ਉੱਤੇ ਕਾਰਵਾਈ ਕੀਤੀ ਨਹੀਂ ਕੀਤੀ। ਫਿਰ ਤੁਸੀਂ ਦੇਖੋ ਕਿ ਜੈ ਕਿਸ਼ਨ ਰੂੜੀ ਸੇ ਉਹਨਾਂ ਤੇ 5 ਲੱਖ ਰੁਪਏ ਲੈਂਦਾ ਜਿਹੜਾ ਹੈਗਾ ਉਹ ਗੱਲਬਾਤ ਆਈ ਹੈ, ਲੇਕਿਨ ਉਹਨਾਂ ਤੇ ਵੀ ਜਿਹੜਾ ਹੈਗਾ ਕਿ ਵੀ ਕੋਈ ਕਾਰਵਾਈ ਨਹੀਂ ਕੀਤੀ, ਚੁੱਪ ਰਹੇ ਹੈ। ਔਰ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀ ਇਹ ਸਰਕਾਰ ਦੇ ਵਿੱਚ ਇਹ ਜੋ ਕੁਝ ਹੋ ਰਿਹਾ ਇਹ ਹੋਣਾ ਹੀ ਸੀ। ਉਹਦਾ ਕਾਰਨ ਇਹ ਹੈ ਕਿ ਜਿਹੜੇ 52 MLA ਆ ਉਹ ਟੈਂਟਡ ਹੈ। ਇਹ ਗੱਲ ADR ਦੀ ਰਿਪੋਰਟ ਹੈ ਕਿ ਵੀ ਉਹਦੇ 'ਚ ਹੁਣ ਤੁਸੀਂ ਦੱਸੋ ਕਿ ਵੀ ਜਿਹੜੀਆਂ ਜੋ ਟਿਕਟਾਂ ਵੰਡੀਆਂ, ਠੀਕ ਹੈ, ਜਿਹੜੀ ਰਿਪੋਰਟ ਬਣਾਈ ਹੈ ਉਹਨਾਂ ਨੇ ਜਿਹੜੇ ਐਫੀਡੇਵਿਟਸ ਕੈਂਡੀਡੇਟ ਨੇ ਆਪਣੇ ਨੋਮੀਨੇਸ਼ਨ ਪੇਪਰ ਨਾਲ ਫਾਈਲ ਕੀਤੇ ਹੈ, ਇਹ ਉਹਦੇ ਬੇਸ ਤੇ ਹੈ ਕਿ 52 MLA ਟੈਂਟਡ ਹੈ ਆਪ ਦੇ। ਤੇ ਫਿਰ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਇਹ ਜਦੋਂ ਦਿੱਤੀਆਂ ਉਦੋਂ ਕਿਉਂ ਨਹੀਂ ਕੋਖਿਆ ਗਿਆ, ਤੇ ਜੇ ਕੋਖਿਆ ਨਹੀਂ ਗਿਆ ਤੇ ਫਿਰ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਪਾਰਟੀ ਦੇ ਅੰਦਰ ਵੀ। ਤਾਂ ਇਹ ਗੱਲਾਂ ਜਿਹੜੀ ਹੈ ਨਾ ਕਿ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਲੜਾਈ ਜਿਹੜੀ ਹੈਗੀ ਹੈ ਇਹ ਅੱਧੀ ਦੂਰੀ ਹੈ। ਫਿਰ ਹੈਗਾ ਕਿ ਡਾਕਟਰ ਵਿਜੇ ਸਿੰਗਲਾ ਨੂੰ ਤੁਸੀਂ ਅੱਜ ਡਿਸਮਿਸ ਕੀਤਾ ਮੰਤਰੀ ਨੂੰ, ਠੀਕ ਹੈ। ਹੁਣ ਕਿਆ ਤੁਸੀਂ ਗਰੰਟੀ ਲੈਂਦੇ ਹੋ ਕਿ ਬਾਕੀ ਮੰਤਰੀ ਇਮਾਨਦਾਰ ਹੈ? ਬਾਕੀ ਮੰਤਰੀ ਇਮਾਨਦਾਰ ਹੈ। ਹੁਣ ਤੁਸੀਂ ਕਿਸੇ ਜ਼ਿਲ੍ਹੇ 'ਚ ਚਲੇ ਜਾਓ, ਠੀਕ ਹੈ, ਉੱਥੇ ਆਪ ਦੇ ਵਿਧਾਇਕ ਬਾਰੇ ਪੁੱਛੋ, ਉਹਨਾਂ ਨੇ ਬੜੀਆਂ ਸਪੀਡਾਂ ਫੜੀਆਂ ਹੋਈਆਂ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਤੇ ਜੇ ਹਾਲੇ 2.5-3 ਮਹੀਨੇ ਹੋ ਗਏ ਤੁਹਾਡੇ 4 MLA, ਠੀਕ ਹੈ ਜੀ, ਉਹ ਕੇਸਾਂ ਦੇ ਵਿੱਚ ਔਰ ਪ੍ਰਸ਼ਨ ਚੰਗੀ ਤਰੀਕੇ ਨਾਲ ਫਸੇ ਹੋਏ ਆ, ਤੇ ਤੁਸੀਂ ਹਾਲੇ ਤਾਂ ਜਿਹੜੇ 52 MLA ਇਹਦੇ 2-2.5 ਸਾਲਾਂ 'ਚ ਖਤਮ ਹੋ ਜਾਣੇ, ਇਸ ਹਿਸਾਬ ਨਾਲ ਸਾਰੇ ਜੇਲ੍ਹ 'ਚ ਹੋਣੇ ਆ। ਤੇ ਫਿਰ ਹੈਗਾ ਕਿ ਵੀ ਅੱਜ ਇਹ ਜਿਸ ਢੰਗ ਦੇ ਨਾਲ ਸਰਕਾਰ ਕੰਮ ਕਰ ਰਹੀ ਹੈ ਇਹ 'ਤੇ ਲੋਕਾਂ ਨੂੰ ਨਾਰਾਜ਼ਗੀ ਹੈ। ਜਿਹੜੇ ਇੰਪਲੋਈਜ਼ ਸਰਕਾਰੀ ਇੰਪਲੋਈਜ਼ ਹੈਗੇ ਆ ਜਿਨ੍ਹਾਂ ਨੇ ਤਾੜੀਆਂ ਮਾਰੀਆਂ ਜਦੋਂ ਸੈਕਟਰੀਏਟ 'ਚ ਗਏ, ਅੱਜ ਉਹ ਧਰਨੇ ਦੇ ਰਹੇ ਆ। ਅੱਜ ਤੁਸੀਂ ਦੇਖੋ ਕਿ ਵੀ ਧਰਨੇ ਦੇ ਰਹੇ। ਫਿਰ ਪਟਵਾਰੀ ਤੁਸੀਂ ਦੇਖੋ ਇੱਕ ਪਾਸੇ ਕਹਿੰਦੇ ਸੀ ਇੰਪਲੋਇਮੈਂਟ ਦੇਵਾਂਗੇ, ਠੀਕ ਹੈ, ਪਟਵਾਰੀਆਂ ਦਾ ਕਹਿੰਦੇ ਅਸੀਂ ਰਿਟਾਇਰਡ ਇੰਪਲੋਈ ਜਿਹੜੇ ਹੈਗੇ ਪਟਵਾਰੀ ਉਹਨਾਂ ਨੂੰ ਅਸੀਂ ਰੀਇੰਪਲੋਏ ਕਰਾਂਗੇ, ਠੀਕ ਹੈ। ਇੱਕ ਤਾਂ ਤੁਸੀਂ ਵੱਧ ਪੈਸੇ ਦਿਓਗੇ ਤੇ ਜਿਹੜੇ ਪਹਿਲਾਂ ਆਲਰੇਡੀ ਇੱਕ ਪ੍ਰੋਸੈਸ 'ਚ ਹੈਗੇ ਆ ਰਿਕਰੂਟਮੈਂਟ ਦੇ ਉਹਨਾਂ ਨੂੰ ਕਿਉਂ ਨਹੀਂ ਭਰਤੀ ਕਰਦੇ ਪਏ? ਸੋ ਇਹ ਸਾਰੀਆਂ ਜਿਹੜੀ ਕਾਰਗੁਜ਼ਾਰੀ ਹੈਗੀ ਆ, ਅੱਜ ਜਿਸ ਭਰੋਸੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਅੱਜ ਉਹ ਭਰੋਸਾ ਟੁੱਟ ਗਿਆ ਹੈ ਔਰ ਅੱਜ ਲੋਕ ਪਛਤਾ ਵੀ ਰਹੇ ਹੈ। ਪਰ ਸਰ ਫਿਰ ਲੋਕਾਂ ਕੋਲ ਆਪਸ਼ਨ ਕੀ ਹੈ? ਲੋਕੀ ਇਹੀ ਤਾਂ ਬਦਲਾਅ ਦੀ ਗੱਲ ਕਰਦੇ ਸੀ। ਗੱਲ ਇਹ ਕਿ ਕਹਿੰਦੇ ਕਿ ਤੁਹਾਡੇ ਹਿਸਾਬ ਨਾਲ ਫਿਰ ਹੋਰ ਕੀ ਆਪਸ਼ਨ ਹੋਣੀ ਚਾਹੀਦੀ? ਗੱਲ ਹੁੰਦੀ ਹੈ ਕਹਿੰਦੇ ਕਿ ਵੀ ਚੇਂਜ ਇਜ਼ ਜਿੱਥੇ ਬੈਟਰ ਹੋਵੇ, ਚੇਂਜ ਇਜ਼ ਫॉर ਬੈਟਰ ਦੈਨ ਇਟ ਇਜ਼ ਗੁੱਡ, ਤੇ ਜੇ ਵਰਸਟ ਹੋ ਜਾਏ ਤੇ ਫਿਰ ਉਹ ਤਾਂ ਮਾੜੀ ਹੈ। ਅੱਜ ਜੋ ਹਾਲਾਤ ਲੱਗਦੇ ਪਏ ਹੈ ਕਿ ਲੋਕਾਂ ਨੂੰ ਜਿਹੜੇ 5 ਸਾਲ ਹੈ ਨਾ, ਜੇ ਕੱਟ ਗਈ ਸਰਕਾਰ ਤੇ 25 ਸਾਲ ਵਰਗੇ ਲੱਗਣੇ ਆ ਜੋ ਹਾਲਾਤ ਬਣਦੇ ਪਏ ਹੈਗੇ। ਅੱਜ ਲਾਅ ਐਂਡ ਆਰਡਰ ਕੋਈ ਦਿਨ ਐਸਾ ਨਹੀਂ ਜਾਂਦਾ ਜਿੱਦਣ ਮਰਡਰ, ਡਕੈਤੀ, ਖੋਹ ਕੋਈ ਨਾ ਕੋਈ ਹੁੰਦੀ ਹੋਵੇ। ਫਿਰ ਹੈਗਾ ਕਿ ਇੱਥੇ ਤੱਕ ਪਹੁੰਚ ਗਏ ਕਿ ਵੀ ਤੁਸੀਂ ਇੰਟੈਲੀਜੈਂਸ ਹੈੱਡਕੁਆਟਰ ਪੁਲਿਸ ਦਾ ਉੱਥੇ RPGs ਦਾਗ ਦਿਓ। ਪਰ ਸਰ ਜੋ ਵੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ, ਆਮ ਆਦਮੀ ਪਾਰਟੀ ਦਾ ਕਹਿਣਾ ਇਸ ਦੇ ਲਈ BJP ਜ਼ਿੰਮੇਵਾਰ ਹੈ, ਕੇਂਦਰ ਦੇ ਵਿੱਚ ਬੈਠੀ BJP ਸਰਕਾਰ ਜ਼ਿੰਮੇਵਾਰ ਹੈ। ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਰਕਾਰੀ ਇਮਾਰਤ ਦੇ ਉੱਤੇ ਅਟੈਕ ਹੋਇਆ ਸੀਗਾ,
ਉਹ ਜਿਹੜਾ ਮੰਤਰਾਲਾ ਵੈ ਅਸਲ ਤਾਂ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਬਾਰਡਰ ਸਿਕਿਉਰ ਕਰਨੇ। ਜੋ ਆਰਪੀਜੀਜ਼ ਆਈਆਂ ਉਹ ਆਈਆਂ ਤਾਂ ਬਾਰਡਰ ਕ੍ਰੋਸ ਕਰਕੇ, ਜੋ ਡਰੋਨ ਆ ਰਹੇ ਨੇ ਉਹ ਬਾਰਡਰ ਕ੍ਰੋਸ ਕਰਕੇ ਆ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਔਰ ਉਹਨਾਂ ਦੇ ਅੰਡਰ ਹੀ BSF ਹੈਗੀ ਹੈ, ਤੇ ਉੱਥੋਂ ਅਗਰ ਕ੍ਰੋਸ ਹੋ ਕੇ ਚੀਜ਼ ਆ ਰਹੀ ਹੈ ਤਾਂ ਇਸ ਦੇ ਲਈ ਆਮ ਆਦਮੀ ਪਾਰਟੀ ਕਹਿ ਰਹੀ ਕਿ BJP ਔਰ ਗ੍ਰਹਿ ਮੰਤਰਾਲਾ ਜ਼ਿੰਮੇਵਾਰ ਹੈ। ਦੇਖੋ ਗੱਲ ਇਹ ਹੈ ਕਿ ਪੋਰਸ ਬਾਰਡਰ ਹੈ, ਡੈਫੀਨੇਟਲੀ ਹੈ ਪੂਰੇ ਹਿੰਦੁਸਤਾਨ ਦਾ, ਠੀਕ ਹੈ ਨਾ ਜੀ, ਔਰ ਉਹਦੇ ਵਿੱਚ BSF ਲੱਗੀ ਹੁੰਦੀ ਹੈ, ਡੈਫੀਨੇਟਲੀ ਹੈ ਕਿ ਕੇਂਦਰ ਸਰਕਾਰ ਦੇ ਅਧੀਨ ਹੈਗਾ, ਠੀਕ ਹੈ। ਲੇਕਿਨ ਸਟੇਟ ਦੇ ਹੈੱਡਕੁਆਟਰ ਤੱਕ ਜਾਣਾ ਇਹ ਉਸੇ ਤੋਂ ਹੋਊਗਾ ਜਿਹੜਾ ਬੰਦਾ ਸਮਝਦਾ ਕਿ ਯਾਰ ਇਹ ਵੀਕ ਪੁਆਇੰਟ ਹੈ, ਠੀਕ ਹੈ ਨਾ। ਕਿਸੇ ਹੋਰ ਸਟੇਟ 'ਚ ਨਹੀਂ ਗਿਆ, ਕਿਸੇ ਹੋਰ ਸਰਕਾਰਾਂ ਜਿੱਥੇ ਹੈਗੀਆਂ ਬਾਕੀ ਵੀ ਹੈ ਉੱਥੇ ਨਹੀਂ ਇਨਸੀਡੈਂਟ ਹੋਇਆ ਕਿ ਪੁਲਿਸ ਹੈੱਡਕੁਆਟਰ ਦੇ ਉੱਤੇ RPG ਦਾਗਣਾ। ਦੇਖੋ ਆ ਸਕਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਠੀਕ ਹੈ ਜੀ, ਕਿਉਂਕਿ 24 ਘੰਟੇ ਵਿਜਲ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੋਈ ਇਨਸੀਡੈਂਟ ਹੁੰਦਾ। ਅਮਰੀਕਾ 'ਚ ਸਭ ਤੋਂ ਵੱਡੀ ਸਿਕਿਉਰਿਟੀ ਹੈਗੀ ਆ, ਉੱਥੇ ਵੀ ਜਿਹੜਾ ਦੇਖੋ 9/11 ਹੋਇਆ, ਲੇਕਿਨ ਇਹ ਹੋ ਸਕਦਾ। ਲੇਕਿਨ ਹੈਗਾ ਕਿ ਉਹਨੂੰ ਲੱਗਦਾ ਹੈ ਕਿ ਵੀ ਪੰਜਾਬ ਇੱਕ ਐਸਾ ਸੌਫਟ ਸਟੇਟ ਹੋ ਗਈ ਹੈ ਕਿ ਇੱਥੇ ਜਿਹੜਾ ਹੈਗਾ ਕਿ ਵੀ ਅਸੀਂ ਦਾਗ ਸਕਦੇ ਹਾਂ ਇੰਟੈਲੀਜੈਂਸ। ਫਿਰ ਹੈਗਾ ਕਿ ਚਲੋ ਤੁਸੀਂ ਬਾਹਰ ਦੀ ਗੱਲ ਕਰਦੇ ਹੋ ਕਿ ਇਸ ਦੀ ਗੱਲ ਕਰਦੇ ਹੋ ਕਿ RPG ਜਿਹੜਾ ਬਾਹਰੋਂ ਆਇਆ ਹੋਏਗਾ, ਲੇਕਿਨ ਜਿਹੜਾ ਨਾਰਮਲ ਲਾਅ ਐਂਡ ਆਰਡਰ ਹੈ, ਠੀਕ ਹੈ ਜੀ, ਦਿੱਲੀ ਦਾ, ਉਹ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੈ ਨਾ। ਤੁਸੀਂ ਇਹ ਦੇਖੋ ਕਿ ਉਹਦੇ 'ਚ ਫੇਲ ਹੋ ਗਏ। ਹੁਣ ਮਤਲਬ ਜੋ ਗੁੰਡਾ ਤੱਤਵ ਹੈ, ਚੋਰੀ ਡਕੈਤੀ ਮਰਡਰ ਉਹ ਹੋ ਰਹੇ ਹੈ, ਤਾਂ ਉਸ ਨਾਤੇ ਅੱਜ ਟੋਟਲ ਇਹ ਫੇਲ ਸਰਕਾਰ ਜਿਹੜੀ ਸਾਬਤ ਹੋ ਰਹੀ ਹੈ। ਹਾਲੇ 3 ਮਹੀਨੇ ਸਗੋਂ ਹਨੀਮੂਨ ਪੀਰੀਅਡ ਹੁੰਦਾ, ਲੇਕਿਨ ਹਨੀਮੂਨ ਪੀਰੀਅਡ ਵੀ ਜਿਹੜਾ ਨਾ ਜੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਕਿ ਵੀ ਟੋਟਲ ਫੇਲਿਅਰ ਵੱਲ ਜਾ ਰਹੀ ਹੈ। BJP ਆਪਸ਼ਨ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ? ਬਿਲਕੁਲ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ। ਅੱਜ ਦੀ ਤਰੀਕ ਦੇ ਵਿੱਚ ਤੁਸੀਂ ਇਹ ਦੇਖੋ ਕਿ ਬਈ ਜਿਹੜੀ ਇਹ ਕਾਂਗਰਸ ਔਰ ਡੈਸੀਮੇਸ਼ਨ ਵੱਲ ਜਾ ਰਹੀ ਹੈ। ਅੱਜ ਕਾਂਗਰਸ ਦੇ ਵਿੱਚ ਜਿਹੜਾ ਵੀ ਕੋਈ ਅੱਛਾ ਵਿਅਕਤੀ ਹੈ, ਅੱਛਾ ਐਸਟੈਬਲਿਸ਼ਡ ਲੀਡਰ ਹੈ, ਉਹ ਭਾਰਤੀ ਜਨਤਾ ਪਾਰਟੀ ਦਾ ਆ ਰਿਹਾ। ਇੱਕ ਵੈਕਿਊਮ ਹੈ, ਉਹਨੂੰ ਵੈਕਿਊਮ ਕਿਸੇ ਪਾਰਟੀ ਨੇ ਫਿਲ ਕਰਨਾ। ਅਕਾਲੀ ਦਲ ਦਾ ਵੀ ਜਿਹੜਾ ਟੋਟਲ ਵੈਕਿਊਮ ਹੈ, ਅੱਜ ਦੇ ਹੈਵ ਰਿਜੈਕਟਡ देयर ਲੀਡਰਸ਼ਿਪ, ਠੀਕ ਹੈ ਨਾ, ਵੋਟ ਦੇ ਵਿੱਚ। ਤੋ ਇਹ ਤੇ ਇਸ ਲਈ ਜਿਹੜਾ ਹੈਗਾ ਕਿ ਵੀ ਅੱਜ ਉਹ ਵੈਕਿਊਮ ਫਿਲ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ, ਕਰ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਪਰ 22 ਦੇ ਵਿੱਚ ਕਿਉਂ ਨਹੀਂ ਹੈ? 5 ਸੀਟਾਂ ਵੀ ਨਹੀਂ ਆ ਪਾਈਆਂ, 5 ਸੀਟਾਂ ਵੀ ਨਹੀਂ ਆਈਆਂ। ਦੇਖੋ 22 ਦਾ ਇਲੈਕਸ਼ਨ ਜਿਹੜਾ ਸੀਗਾ ਨਾ, ਇਹਦੇ 'ਚ ਅਸੀਂ ਕਹੀਏ ਕਿ ਵੀ ਇਹ ਇੱਕ ਆਪਣੇ ਤਰ੍ਹਾਂ ਦਾ ਇੱਕ ਅਲੱਗ ਇਲੈਕਸ਼ਨ ਸੀਗਾ। ਪਹਿਲੀ ਵਾਰੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ 73 ਸੀਟਾਂ ਤੇ ਇਲੈਕਸ਼ਨ ਲੜਿਆ। ਪਹਿਲਾਂ ਅਸੀਂ 23 ਸੀਟਾਂ ਲੜਦੇ ਸੀਗੇ। ਇਹ ਇੱਕ ਤਰ੍ਹਾਂ ਆਉਣ ਵਾਲੇ ਸਮੇਂ ਲਈ ਅਸੀਂ ਬੀਜ ਬੋਇਆ, ਵਾਟਰ ਟੈਸਟ ਕੀਤਾ ਵੀ ਕਿੰਨੇ ਪਾਣੀ 'ਚ BJP ਬੀਜ ਬੋਇਆ ਅਸੀਂ। ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਦਾ ਵ੍ਰਿਕਸ਼ ਪਨਪੇਗਾ। ਇਸ ਵਾਰ ਹਾਰ ਦਾ ਕੀ ਕਾਰਨ ਦੇਖਦੇ ਹੋ? ਅਗਰ ਆਪਾਂ ਸਿੰਗਲ ਲਾਈਨ 'ਚ ਦੱਸਣਾ ਹੋਵੇ ਭਾਰਤੀ ਜਨਤਾ ਪਾਰਟੀ ਦੀ ਹਾਰ ਦਾ ਕੀ ਕਾਰਨ? ਦੇਖੋ ਇਹ ਜਿਹੜੀ ਮੈਂ ਕਹਾਂ ਕਿ ਵੀ ਇਹ ਭਾਰਤੀ ਜਨਤਾ ਪਾਰਟੀ ਦੀ ਹਾਰ ਨਹੀਂ ਹੈ, ਇਹ ਹੈਗਾ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ ਦੈਟ ਹੈਜ਼ ਬੀਨ ਰਿਜੈਕਟਡ। ਬੜੀ ਲੋਕਾਂ ਦੇ ਮਨ 'ਚ ਗੁੱਸਾ ਸੀ ਜੋ ਕਿ ਨਿਕਲ ਗਿਆ। ਹਾਂ, ਉਹ ਨਿਕਲ ਗਿਆ। ਅੱਜ ਲੋਕ ਪਛਤਾ ਵੀ ਰਹੇ ਆ। ਮਤਲਬ ਹੈਗਾ ਕਿ ਮੈਨੂੰ ਪਿਛਲੇ ਦਿਨ ਹੀ ਦੱਸਦਾ ਕਿ ਪਿਛਲੇ ਹਫਤੇ ਦੀ ਗੱਲ, ਮੈਨੂੰ ਫੋਨ ਆਇਆ ਤੇ ਫੋਨ ਆਇਆ, ਕਹਿੰਦੇ ਕੀ ਹਾਲ ਹੈ ਕਾਲੀਆ ਸਾਹਿਬ? ਮੈਂ ਕਿਹਾ ਠੀਕ ਹੈ ਜੀ। ਇਹ ਅਸੀਂ ਕਿਹਾ ਅੱਜ ਵਧੀਆ ਬੰਦੇ ਨੂੰ ਅਸੀਂ ਗੱਲ ਕਰ ਲਈਏ, ਤੁਸੀਂ ਸਾਡਾ ਡਿਵੈਲਪਮੈਂਟ ਕਰਾਈ। ਤੇ ਫਿਰ ਅਖੀਰ 'ਚ ਕਹਿੰਦੇ ਅਸੀਂ ਹੈਗੇ ਹੁਣ ਆਪ ਦੇ ਅਸੀਂ। ਮਤਲਬ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਇੱਕ ਛਾਪ, ਇੱਕ ਯਾਦ ਉਹ ਆਈ ਤਾਂ ਹੈ ਨਾ। ਉਹਨਾਂ ਨੇ ਆਪਣੇ ਤੌਰ ਤੇ ਫੋਨ ਕੀਤਾ, ਕਹਿੰਦੇ ਸਾਡੇ ਨਾਲ ਗੱਲ ਕਰ ਲਿਆ ਕਰੋ। ਮੈਂ ਕਿਹਾ ਠੀਕ ਹੈ ਜੀ, ਜ਼ਰੂਰ ਕਰ ਲਿਆ ਕਰਾਂਗੇ ਜੀ। ਇਸ ਤੋਂ ਇਲਾਵਾ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ 'ਚ ਆ ਗਏ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? BJP ਮਜ਼ਬੂਤ ਹੋਈ ਸੁਨੀਲ ਜਾਖੜ ਦੇ ਆਉਣ ਨਾਲ? ਅੱਜ ਤੁਸੀਂ ਇਹ ਸੋਚੋ ਕਿ ਕੀ ਕਾਰਨ ਹੋ ਰਹੇ ਕਿ ਇੱਕ ਐਸਾ ਵਿਅਕਤੀ ਜਿਹੜਾ 3 ਪੀੜ੍ਹੀਆਂ ਕਾਂਗਰਸ 'ਚ ਰਿਹਾ ਉਹ ਛੱਡ ਕੇ ਚਲਾ ਗਿਆ। ਤੋ ਇਹਦੇ ਨਾਲ ਇੱਕ ਤਾਂ ਹੈਗਾ ਕਿ ਕਾਂਗਰਸ ਨੂੰ ਬਹੁਤ ਬੜਾ ਨੁਕਸਾਨ ਹੋਇਆ ਔਰ ਬਹੁਤ ਬੜਾ ਵੈਕਿਊਮ ਹੈ ਜੀ, ਠੀਕ ਹੈ ਨਾ। ਅੱਜ ਤੁਸੀਂ ਇਹ ਦੇਖੋ ਕਿ ਅੱਜ ਕਪਿਲ ਸਿੱਬਲ ਉਹਨੂੰ ਵੀ ਛੱਡ ਕੇ ਚਲੇ ਗਏ, ਠੀਕ ਹੈ ਨਾ ਜੀ। ਤੋ ਇਹਦਾ ਮਤਲਬ ਹੈਗਾ ਕਿ G23 ਜਿਹੜੇ ਹੈਗੇ ਆ ਉਹ ਵੀ ਜਾਣ ਵਾਲੇ ਆ ਸਾਰੇ, ਠੀਕ ਹੈ ਨਾ। ਤੋ ਸੁਨੀਲ ਜਾਖੜ ਜੀ ਜਿੱਦ ਤੱਕ ਤਾਲੁਕ ਹੈ ਭਾਰਤੀ ਜਨਤਾ ਪਾਰਟੀ ਦਾ, ਹਾਂ ਜ਼ਰੂਰ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ, ਉਹਨਾਂ ਦਾ ਜਿਹੜਾ ਹੈਗਾ ਕਿ ਵੀ ਲੋਕਾਂ ਦੇ ਵਿੱਚ ਛਾਪ ਹੈਗੀ, ਉਹਦਾ ਭਾਰਤੀ ਜਨਤਾ ਪਾਰਟੀ ਨੂੰ ਜ਼ਰੂਰ ਲਾਭ ਮਿਲੇਗਾ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੋ BJP ਦੇ ਵਰਕਰ ਨੇ ਆਲਰੇਡੀ ਕਈ ਸਾਲਾਂ ਤੋਂ ਜੁੜੇ ਹੋਏ ਨੇ, ਉਹ ਨਾਰਾਜ਼ ਹੋਣਗੇ ਕਿ ਹੁਣ ਸਮਾਂ ਸਾਡਾ ਸੀ, ਅਸੀਂ ਮਿਹਨਤ ਕੀਤੀ ਹੈ, BJP ਰਾਈਜ਼ ਕਰਦੀ ਹੈ, ਅਸੀਂ ਵੀ ਰਾਈਜ਼ ਕਰਨਾ ਸੀ, ਇਲੈਕਸ਼ਨ ਹੋਣਗੇ ਅਸੀਂ ਇਲੈਕਸ਼ਨ ਲੜਨਾ ਸੀ, ਤੇ ਇੱਕ ਬਾਹਰੋਂ ਵਿਅਕਤੀ ਆ ਕੇ ਹੁਣ ਇਲੈਕਸ਼ਨ ਲੜ ਸਕਦਾ? ਦੇਖੋ ਇਸ ਤਰ੍ਹਾਂ ਕਿ BJP ਕੋਲ ਸਪੇਸ ਬਹੁਤ ਹੈ ਅੱਜ ਦੀ ਤਰੀਕ ਦੇ ਵਿੱਚ। ਅਸੀਂ ਟ੍ਰੈਡੀਸ਼ਨਲੀ 23 ਸੀਟਾਂ ਤੇ ਲੜਦੇ ਰਹੇ ਇਲੈਕਸ਼ਨ। ਸੋ ਜਿਹੜੀ ਬਾਕੀ ਸਪੇਸ ਹੈ ਜਿੱਥੇ ਅਸੀਂ ਲੜਦੇ ਹੀ ਨਹੀਂ ਸੀਗੇ, ਉਹ ਸਪੇਸ ਜਿਹੜੀ ਹੈ ਅਸੀਂ ਜਿਹੜੇ ਲੋਕ ਪਾਰਟੀ 'ਚ ਸ਼ਾਮਿਲ ਹੋਏ ਆ ਜਾਂ ਹੋ ਰਹੇ ਆ ਉਹਨਾਂ ਲਈ ਉਹ ਅਸੀਂ ਉਹਨਾਂ ਨੂੰ ਅਕਮੋਡੇਟ ਕਰ ਸਕਦੇ ਹਾਂ ਅਸੀਂ। ਸੋ ਉਸ ਨਾਤੇ ਜਿਹੜਾ ਹੈ ਨਾ ਸਾਡੇ ਕੋਲ ਸਪੇਸ ਜ਼ਿਆਦਾ ਹੈ, ਤਾਂ ਅਸੀਂ ਸਾਰਿਆਂ ਨੂੰ ਅਕਮੋਡੇਟ ਕਰਾਂਗੇ। ਸੁਨੀਲ ਜਾਖੜ ਤੋਂ ਬਾਅਦ ਹੋਰ ਕੋਈ ਲੀਡਰ ਹੋਣ ਹੋਰਨਾਂ ਪਾਰਟੀਆਂ ਦੇ, ਆਪਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਤੋਂ ਜਾਂ ਫਿਰ ਕਾਂਗਰਸ ਪਾਰਟੀ ਤੋਂ, ਉਹ ਵੀ BJP 'ਚ ਆ ਸਕਦੇ ਆ, ਅਕਾਲੀ ਦਲ? ਬਿਲਕੁਲ ਆ ਸਕਦੇ ਆ, ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ। ਹਾਂ ਚੱਲਦਾ ਪਿਆ ਪਾਰਟੀ ਦਾ। ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ
ਮੀਡੀਆ ਦੁਆਰਾ ਨਹੀਂ ਕਹੀਆਂ ਜਾਂਦੀਆਂ। ਸੋ ਇੰਨਾ ਕੁ ਜ਼ਰੂਰ ਹੈਗਾ ਕਿ ਵੀ ਉਹਨਾਂ ਦੀ ਪੋਸਿਬਿਲਿਟੀ ਹੈ। ਚਾਚਾ ਜੀ ਦੇ ਨਾਲ ਭਤੀਜਾ ਵੀ ਆ ਸਕਦਾ ਹੈ, ਉਹਨਾਂ ਜੋ ਭਤੀਜੇ ਨੇ ਦੇਖੋ ਉਹ ਕਾਂਗਰਸ ਕੌਣ ਨੇ। ਆਉਂਦਾ ਹੈ। ਹਾਲਾਂਕਿ ਕਾਂਗਰਸ ਦੇ ਖਿਲਾਫ ਬੋਲਣਾ ਤਾਂ ਸ਼ੁਰੂ ਹੋ ਗਏ ਨੇ। ਬੀਤੇ ਦਿਨ ਵੀ ਉਹਨਾਂ ਦਾ ਰਿਐਕਸ਼ਨ ਆਇਆ ਸੀ। ਉਹਨਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਨੇ ਇਹ ਸਟੈਪ ਚੱਕਿਆ ਕਿ ਆਪਣੇ ਹੀ ਮੰਤਰੀ ਨੂੰ ਬਰਖਾਸਤ ਕੀਤਾ, ਜੇਕਰ ਕਾਂਗਰਸ ਐਡੀ ਸਖਤਾਈ ਵਰਤਦੀ ਆਪਣੇ ਲੀਡਰਾਂ ਦੇ ਖਿਲਾਫ ਤਾਂ ਇੰਨੀ ਮਾੜੀ ਸਿਚੁਏਸ਼ਨ ਆਉਂਦੀ। ਉਹ ਕਾਂਗਰਸ ਦੇ ਖਿਲਾਫ ਬੋਲਣਾ ਸ਼ੁਰੂ ਹੋ ਗਏ ਨੇ। ਗੱਲ ਇਹ ਕਿ ਪੋਸਿਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ। ਕਹਿੰਦੇ ਪਿਕਚਰ ਅਭੀ ਬਾਕੀ ਹੈ। ਸੋ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਬੰਦੇ ਆਉਂਦੇ ਹੌਲੀ ਹੌਲੀ ਪਤਾ ਲੱਗਦਾ ਰਹੇਗਾ। ਇਹ ਵੀ ਮੈਂ ਪੁੱਛਣਾ ਚਾਹੂੰਗਾ, ਜਥੇਦਾਰ ਸਾਹਿਬ ਨੇ ਬਿਆਨ ਦਿੱਤਾ, ਉਹਨਾਂ ਦਾ ਕਹਿਣਾ ਸੀ ਕਿ ਸਿੱਖਾਂ ਨੂੰ ਮਾਡਰਨ ਹਥਿਆਰ ਰੱਖਣੇ ਚਾਹੀਦੇ, ਹਰ ਸਿੱਖ ਨੂੰ ਰੱਖਣੇ ਚਾਹੀਦੇ। ਇਹਦੇ ਬਾਰੇ ਤੁਸੀਂ ਕੀ ਦੇਖਦੇ ਹੋ? ਹਥਿਆਰਾਂ ਦੀ ਜ਼ਰੂਰਤ ਹੈ? ਮੈਂ ਕਹਾਂਗਾ ਸਿੱਖਾਂ ਨੂੰ ਤੁਸੀਂ ਪੰਜਾਬੀਆਂ ਨੂੰ ਕਹਿੰਦੇ ਤਾਂ ਬਿਹਤਰ ਹੁੰਦਾ। ਜੀ। ਠੀਕ ਹੈ ਨਾ ਜੀ। ਸੋ ਔਰ ਜਿੱਥੇ ਤੱਕ ਸਵਾਲ ਇਹ ਹੈਗਾ ਕਿ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈਗਾ ਉਹ ਸਰਕਾਰ ਦਿੰਦੀ ਹੈ, ਔਨ ਮੈਰਿਟਸ ਦਿੰਦੀ, ਉਹ ਦੇ ਰਹੀ ਹੈ। ਪਰ ਇਹਦਾ ਮਤਲਬ ਫਿਰ ਤੁਹਾਨੂੰ ਨਹੀਂ ਇਹ ਲੱਗਦਾ ਕਿ ਪੁਲਿਸ ਨੂੰ ਤਾਂ ਫਿਰ ਹਟਾ ਹੀ ਦੇਣਾ ਚਾਹੀਦਾ, ਜੇਕਰ ਸਾਰਿਆਂ ਨੂੰ ਪੰਜਾਬੀਆਂ ਨੂੰ ਹਥਿਆਰ ਮਿਲਣੇ ਚਾਹੀਦੇ ਨੇ? ਨਹੀਂ, ਔਨ ਮੈਰਿਟਸ ਮਿਲਦੇ ਆ। ਸਰਕਾਰ ਇਹ ਅਪੀਲ ਦੇ ਨਾਲ ਹਥਿਆਰ ਕਿਉਂਕਿ ਯੂਐਸ ਦੇ ਵਿੱਚ ਗਨ ਕਲਚਰ ਬਹੁਤ ਹੈ, ਉੱਥੇ ਅਸੀਂ ਦੇਖਦੇ ਹਾਂ ਕਿਸ ਤਰੀਕੇ ਨਾਲ ਗੋਲੀਬਾਰੀ ਹੁੰਦੀ ਹੈ। ਬੀਤੇ ਦਿਨ ਵੀ ਹੋਈ ਹੈ, ਸਕੂਲ ਦੇ ਵਿੱਚ ਗੋਲੀਬਾਰੀ ਹੋਈ ਹੈ। ਜੇਕਰ ਇਸ ਤਰੀਕੇ ਦੇ ਨਾਲ ਹਰ ਵਿਅਕਤੀ ਹਥਿਆਰ ਰੱਖਣ ਲੱਗ ਜੂ, ਕੋਈ ਤੈਸ਼ ਦੇ ਵਿੱਚ ਆ ਕੇ ਗਲਤ ਕੰਮ ਵੀ ਕਰ ਸਕਦਾ ਹੈ। ਦੇਖੋ ਸਾਰਿਆਂ ਨੂੰ ਹਥਿਆਰ ਤਾਂ ਮਿਲਣੇ ਨਹੀਂ ਜਿੱਥੇ ਤੱਕ ਸਵਾਲ ਹੈ, ਕਿਉਂਕਿ ਸਰਕਾਰ ਦਾ ਇਹ ਡੋਮੇਨ ਹੈ। ਠੀਕ ਹੈ ਨਾ ਜੀ। ਸਰਕਾਰ ਬੰਦੇ ਦਾ ਪਿਛੋਕੜ ਕਿਰਦਾਰ ਦੇਖ ਕੇ ਹਥਿਆਰ ਦਿੰਦੀ ਹੈ। ਸੋ ਇਹ ਕਹਿਣ ਦੇ ਨਾਲ ਨਹੀਂ ਹੋਣਾ ਕਿ ਵੀ ਹਥਿਆਰ ਜਿਹੜੇ ਹੈਗੇ ਅੱਜ ਸਾਰਿਆਂ ਨੂੰ ਵੰਡੇ ਜਾਣਗੇ, ਐਸਾ ਕੋਈ ਗੱਲ ਨਹੀਂ ਹੈ। ਹਾਂ, ਸੈਲਫ ਡਿਫੈਂਸ ਲਈ ਔਨ ਮੈਰਿਟਸ ਸਰਕਾਰ ਦਾ ਨਿਰਣੇ ਹੁੰਦਾ ਹੈ, ਉਹ ਸਮੇਂ-ਸਮੇਂ ਸਿਰ ਦਿੱਤੇ ਜਾਂਦੇ ਆ, ਲੇਕਿਨ ਔਨ ਮੈਰਿਟਸ ਹੁੰਦਾ, ਉਹਦਾ ਕਿਰਦਾਰ ਦੇਖ ਕੇ ਹੁੰਦਾ। ਸੋ ਇਸ ਲਈ ਇਸ ਗੱਲ ਦਾ ਕਿ ਵੀ ਜਥੇਦਾਰ ਉਹਨਾਂ ਨੇ ਕਹਿ ਦਿੱਤਾ ਤੇ ਸਰਕਾਰ ਨੇ ਦੇ ਦਿੱਤਾ, ਐਸੀ ਕੋਈ ਗੱਲ ਨਹੀਂ। ਇਨ ਫਿਊਚਰ ਦੇ ਵਿੱਚ ਬੀਜੇਪੀ ਕਿਸੇ ਨਾਲ ਦੁਬਾਰਾ ਅਲਾਈਅੰਸ ਆ ਸਕਦੀ ਹੈ? ਕਿਉਂਕਿ ਚਰਚੇ ਵਿੱਚ ਨੂੰ ਉੱਠਣੇ ਸ਼ੁਰੂ ਹੋ ਗਏ ਸੀ ਕਿ ਪੋਸਟ ਇਲੈਕਸ਼ਨ ਅਕਾਲੀ ਦਲ ਦੇ ਨਾਲ ਹੀ ਅਲਾਈਅੰਸ ਹੋ ਸਕਦਾ ਹੈ। ਸੋਸ਼ਲ ਮੀਡੀਆ ਤੇ ਐਸੇ ਚਰਚੇ ਸੀ। ਦੇਖੋ ਐਸਾ ਹੈ ਕਿ ਅੱਜ ਜੋ ਮਾਨਸਿਕਤਾ ਹੈ ਭਾਰਤੀ ਜਨਤਾ ਪਾਰਟੀ ਦੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਅਕੇਲੇ ਆਪਣੇ ਦਮ ਤੇ ਚੁਣਾਵ ਲੜੇਗੀ, ਔਰ ਇਹ ਜਿਹੜਾ 2022 ਦਾ ਇਲੈਕਸ਼ਨ ਹੈਗਾ, ਇਹ ਅਸੀਂ ਇੱਕ ਬੀਜ ਬੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਇੱਥੇ ਸਰਕਾਰ ਬਣਾਵੇ। 24 ਦੀਆਂ ਤਿਆਰੀਆਂ ਕਰ ਰਹੇ ਹੋ? ਬਿਲਕੁਲ ਤਿਆਰੀਆਂ। 2 ਸਾਲ ਦੇ ਵਿੱਚ ਨਵਾਂ ਪ੍ਰਧਾਨ ਮੰਤਰੀ ਚੁਣਿਆ ਜਾਣਾ। ਹਾਂਜੀ, ਬਿਲਕੁਲ ਬਿਲਕੁਲ। ਰਿਪੀਟ ਕਰ ਸਕਦੇ ਹੋ ਮੋਦੀ ਸਾਹਿਬ? 100% ਕਰਨਗੇ, 100% ਕਰਨਗੇ। ਔਰ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਆਮ ਆਦਮੀ ਪਾਰਟੀ ਦੇ, ਅਸੀਂ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਸੀਟਾਂ ਸਾਰੀਆਂ ਜਿੱਤਾਂਗੇ ਅਸੀਂ, 13 ਦੀਆਂ 13। ਓਕੇ, ਉਮੀਦ ਕਰਦੇ ਹਾਂ ਕਿ ਬੀਜੇਪੀ ਜੋ ਆਪਣਾ ਉਮੀਦ ਲੈ ਕੇ ਚੱਲੀ ਹੈ ਜ਼ਰੂਰ ਪੂਰੀ ਹੋਵੇ, ਕਮਲ ਉਹਨਾਂ ਦਾ ਜ਼ਰੂਰ ਖਿੜੇ। ਬਹੁਤ ਬਹੁਤ ਸ਼ੁਕਰੀਆ ਮਨੋਰੰਜਨ ਕਾਲੀਆ ਜੀ। ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਣੀ ਟੀਵੀ। ਧੰਨਵਾਦ।